अस्सलामु अलैकुम दोस्तों, बहुत ही ख़ास ज़रई ज़मीन ਅੱਜ ਮੇਰੇ ਦੋਸਤਾਂ ਦੇ ਸਾਹਮਣੇ। ਆਪਣੇ ਇਸ ਇਲਾਕੇ ਦੇ ਵਿੱਚ ਜ਼ਮੀਨ ਇੱਕ ਹਫ਼ਤੇ ਦੇ ਅੰਦਰ ਸੇਲ ਹੋ ਜਾਂਦੀ ਹੈ। ਇਸ ਗੱਲ ਦਾ ਮੇਰੇ ਦੋਸਤਾਂ ਨੂੰ ਪਤਾ ਹੈ। ਇਹ ਡੇਰਾ ਖੂਬਸੂਰਤ ਘਰ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ ਅਤੇ ਇਹ ਨਹਿਰ ਦਾ ਫਰੰਟ ਤਕਰੀਬਨ 2 ਏਕੜ ਜ਼ਮੀਨ ਦਾ ਇਸ ਨਹਿਰ ਦੇ ਨਾਲ ਫਰੰਟ ਲੱਗਦਾ ਹੈ। ਇਹ ਮੇਰੇ ਦੋਸਤਾਂ ਦੇ ਸਾਹਮਣੇ ਅੱਛੀ ਤਰ੍ਹਾਂ ਵੇਖ ਲਓ। ਇਹ ਵੇਖੋ, ਇਹ ਜੇ ਪੁਲ, ਇਹਦੇ ਜ਼ਰੀਏ ਆਪਾਂ ਦੂਜੀ ਸਾਈਡ 'ਤੇ ਜਾ ਸਕਦੇ ਹਾਂ। ਇਸ ਸਾਈਡ 'ਤੇ ਆਪਾਂ ਜਾ ਸਕਦੇ ਹਾਂ। ਇਹ ਜੇ ਨਹਿਰ ਦਾ ਪੁਲ ਤਕਰੀਬਨ ਇੱਕ ਮੁਰੱਬੇ ਦੇ ਫਾਸਲੇ 'ਤੇ ਤੁਹਾਨੂੰ ਇਸ ਨਹਿਰ 'ਤੇ ਇਹ ਪੁਲ ਮਿਲਣਗੇ ਕਿ ਇੱਕ ਇਹ ਪੁਲ ਨਹੀਂ ਹੈਗਾ, ਇੱਕ ਮੁਰੱਬੇ ਫਾਸਲੇ 'ਤੇ ਇੱਥੇ ਪੁਲ ਮੌਜੂਦ ਨੇ। ਆ ਮੇਰੇ ਦੋਸਤਾਂ ਦੇ ਸਾਹਮਣੇ ਇਹ ਆਪਣੀ ਜ਼ਮੀਨ ਹੈ ਅਤੇ ਵੇਖੋ ਉਹ ਸਾਹਮਣੇ ਨਹਿਰ ਦਾ ਪੁਲ ਜਿੱਥੋਂ ਆਪਾਂ ਜ਼ਮੀਨ ਦੀ ਵੀਡੀਓ ਸ਼ੁਰੂ ਕੀਤੀ ਸੀ। ਅਤੇ ਵੇਖੋ ਇਹ ਅੰਦਰ ਆਪਣਾ ਜ਼ਾਤੀ ਰਸਤਾ ਜਾ ਰਿਹਾ ਜੀ। ਇਹ ਨਹਿਰ ਵੇਖ ਲਓ ਅਤੇ ਇਹ ਸਾਰੀ ਆਪਣੀ ਜ਼ਮੀਨ ਵੇਖ ਲਓ। ਇਹ ਸਾਹਮਣੇ ਆਪਣਾ ਜ਼ਾਤੀ ਰਸਤਾ ਜਾ ਰਿਹਾ। ਵੇਖੋ ਇਹ ਡੇਰਾ, ਇਹ ਵੇਖੋ ਇਹ ਤਮਾਮ ਡੇਰਾ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ। ਇਹ ਘਰ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ। ਦੋਸਤੋ ਇਹ ਵਾਲੀ ਆਪਣੀ ਜ਼ਮੀਨ ਹੈ ਜਿੱਥੇ ਕਿ ਇਹ ਚਾਵਲ ਕੱਟਿਆ ਜਾ ਚੁੱਕਾ ਹੈ ਅਤੇ ਬੈਕ ਸਾਈਡ 'ਤੇ ਮਕਈ ਦੀ ਫਸਲ ਮੌਜੂਦ ਹੈਗੀ ਜੀ। ਇਹ ਤਮਾਮ ਆਪਣੀ ਜ਼ਮੀਨ ਹੈ। ਉਹ ਸਾਹਮਣੇ ਵੇਖੋ ਇਹ ਗਾਉਂ ਨਾਲ ਹੈਗਾ ਜੀ। 2 ਏਕੜ ਦੇ ਫਾਸਲੇ 'ਤੇ ਬਿਜਲੀ ਮੌਜੂਦ ਹੈ। ਆ ਵੇਖੋ ਇਹ ਸਾਹਮਣੇ ਵੀ ਇਸ ਸਾਈਡ 'ਤੇ ਪੁਲ ਮੌਜੂਦ ਹੈ। ਇਹ ਸਾਹਮਣੇ ਇੱਥੇ ਕਰਕੇ ਨਾ ਇਹ ਪੁਲ ਮੌਜੂਦ ਹੈਗਾ ਜੀ। ਇਹ ਸਾਹਮਣੇ ਇੱਥੇ ਗਾਉਂ ਜੀ, ਇਹ ਆਬਾਦੀ ਹੈ। ਇਹ ਨਾਲ ਨਾ ਸਾਰੀ ਇਸ ਸਾਈਡ 'ਤੇ ਆਬਾਦੀ ਹੈ। ਵੇਖੋ ਸਾਹਮਣੇ, ਉਹ ਸਾਹਮਣੇ ਦੋਸਤੋ ਨੂੰ ਕਰਨਾ ਜ਼ੂਮ, ਵੇਖੋ ਇਹ ਆਬਾਦੀ ਹੈਗੀ ਜੀ। ਲੇਕਿਨ ਜਿਹੜਾ ਆਪਣਾ ਰਕਬਾ ਹੈਗਾ ਇਹ ਵਾਲਾ ਜਿੱਥੇ ਆਪਾਂ ਮੌਜੂਦ ਹਾਂ, ਇਹ ਇਸ ਗਾਉਂ ਦਾ ਹੈਗਾ ਜੀ। ਇਹ ਸਾਹਮਣੇ ਜਿੱਥੇ ਮੈਂ ਉਂਗਲ ਨਾਲ ਕਰਦਾ ਪਿਆ ਇਸ਼ਾਰਾ, ਇੱਥੇ ਅੱਧਾ ਕਿਲੋਮੀਟਰ ਦੇ ਫਾਸਲੇ 'ਤੇ ਜਿਹੜਾ ਗਾਉਂ ਹੈਗਾ ਨਾ, ਉਸ ਗਾਉਂ ਦਾ ਆਪਣਾ ਇਹ ਰਕਬਾ ਹੈਗਾ ਜੀ। ਇਹ ਮੇਰੇ ਦੋਸਤਾਂ ਦੇ ਸਾਹਮਣੇ ਜਿਹੜਾ ਚਾਵਲ ਅੱਛੀ ਤਰੀਕੇ ਨਾਲ ਆਪਣੇ ਦੋਸਤਾਂ ਨੂੰ ਤਸੱਲੀ ਕਰਾਉਣੀ ਹੈ। ਇਹ ਨਹਿਰ ਦਾ ਪੁਲ ਹੈਗਾ ਨਾ, ਅਤੇ ਪੁਲ ਦੀ ਇਹ ਬੈਕ ਸਾਈਡ 'ਤੇ ਇਸ ਜਗ੍ਹਾ 'ਤੇ ਇੱਥੇ ਹੈਗਾ ਜੀ ਮੋਗਾ, ਅਤੇ ਇਸ ਸਾਈਡ 'ਤੇ ਸਰਕਾਰੀ ਖਾਲ ਆ ਰਿਹਾ ਜੀ। ਸਰਕਾਰੀ ਖਾਲ ਆ ਰਿਹਾ ਆਪਣੀ ਜ਼ਮੀਨ ਤੱਕ, ਯਾਨੀ ਕਿ ਜ਼ਮੀਨ ਦੀ ਬੈਕ ਸਾਈਡ ਤੋਂ ਖਾਲਾ ਆ ਰਿਹਾ ਜੀ। ਇਹ ਵੇਖੋ ਇਹ ਮੈਂ ਦੋਸਤਾਂ ਨੂੰ ਦਿਖਾਉਂਦਾ ਪਿਆ ਜ਼ੂਮ ਕਰਕੇ। ਇਹ ਡੇਰਾ, ਇਹ ਖੂਬਸੂਰਤ ਘਰ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈਗਾ ਜੀ। ਆਪਾਂ ਕਰੀਬ ਜਾ ਕੇ ਦੋਸਤਾਂ ਨੂੰ ਤਸੱਲੀ ਨਾਲ ਦਿਖਾਵਾਂਗੇ ਹਰ ਇੱਕ ਚੀਜ਼। ਦੋਸਤੋ ਆਪਣਾ ਆਰਿਫ ਵਾਲਾ ਇਲਾਕਾ ਹੈਗਾ ਜੀ, ਜਿੱਥੇ ਪਹਿਲੇ ਮੈਂ 1 ਮਹੀਨਾ ਪਹਿਲੇ 20 ਏਕੜ ਜ਼ਮੀਨ ਦਿਖਾਈ ਸੀ ਅਤੇ ਅੱਜ ਤੋਂ 10 ਦਿਨ ਪਹਿਲੇ ਮੈਂ 7 ਏਕੜ ਇਹ ਜ਼ਮੀਨ ਦਿਖਾਈ ਸੀ, ਜਿਹੜੀਆਂ ਕਿ ਦੋਵੇਂ ਜ਼ਮੀਨਾਂ ਸੇਲ ਹੋ ਚੁੱਕੀਆਂ ਨੇ। ਕਿ ਇੰਨੀ ਜਲਦੀ ਜ਼ਮੀਨ ਸੇਲ ਹੋ ਜਾਂਦੀ ਹੈ ਆਪਣੇ ਇਸ ਆਰਿਫ ਵਾਲਾ ਦੇ ਅੰਦਰ। ਆ ਵੇਖੋ ਇਹ ਨਹਿਰ ਜਿੱਥੇ ਆਪਣੀ ਜ਼ਮੀਨ ਦਾ ਫਰੰਟ ਹੈਗਾ, ਇੱਥੇ ਆਪਾਂ ਖੜ੍ਹੇ ਹੋ ਕੇ ਇਹ ਜ਼ਮੀਨ ਦੀ ਵੀਡੀਓ ਇਹ ਸ਼ੁਰੂ ਕੀਤੀ ਸੀ। ਅਤੇ ਨੀਚੇ ਲੱਗਿਆ ਸੁਲੰਗ। ਆ ਵੇਖੋ ਜਿਹੜਾ ਕਿ ਨਹਿਰ ਤੋਂ ਲੈ ਕੇ ਇਹ ਆਪਣਾ ਜ਼ਾਤੀ ਹੈ ਆਪਣੇ ਡੇਰੇ ਤੱਕ, ਕਿਉਂਕਿ ਰਸਤਾ ਆਪਣੀ ਜ਼ਮੀਨ ਦੇ ਅੰਦਰ ਹੈਗਾ ਨਾ। ਆ ਵੇਖੋ ਇਹ ਮਾਲਕ ਨੇ ਲਵਾਇਆ ਸੁਲੰਗ। ਦੋਸਤੋ ਇਹ ਆਪਣੇ ਸੱਜੇ ਹੱਥ ਆਪਣੀ ਜ਼ਮੀਨ ਹੈਗੀ ਹੈ। ਜਿਹੜੀ ਆਪਣੇ ਖੱਬੇ ਹੱਥ ਜ਼ਮੀਨ ਹੈ ਨਾ, ਜਿੱਥੇ ਚਾਵਲ ਹਰਾ ਭਰਾ ਦੋਸਤਾਂ ਨੂੰ ਨਜ਼ਰ ਆਇਆ ਹੈ, ਉਹ ਇਸ ਦੇ ਭਾਈ ਦੀ ਜ਼ਮੀਨ ਹੈ, ਜਿਹੜਾ ਕਿ ਫਿਲਹਾਲ ਸੇਲ ਨਹੀਂ ਕਰਦਾ ਹੈਗਾ। ਜਿੱਥੋਂ ਚਾਵਲ ਦੀ ਫਸਲ ਇਹ ਕੱਟੀ ਜਾ ਚੁੱਕੀ ਹੈ, ਤਾਜ਼ਾ ਚਾਵਲ ਦੀ ਫਸਲ ਕੱਟੀ ਜਾ ਚੁੱਕੀ ਹੈ। ਇਹ ਨਾਲ ਆਪਣੇ ਖੱਬੇ ਹੱਥ ਇਹ ਤਮਾਮ ਆਪਣੀ ਜ਼ਮੀਨ ਹੈ। ਇਹ ਮੇਰੇ ਦੋਸਤਾਂ ਦੇ ਸਾਹਮਣੇ ਜਿਹੜਾ ਚਾਵਲ ਹੈ ਹਰਾ ਭਰਾ, ਇਹ ਭਾਈ ਦਾ ਹੈਗਾ ਅਤੇ ਭਾਈ ਫਿਲਹਾਲ ਜ਼ਮੀਨ ਸੇਲ ਨਹੀਂ ਕਰਦਾ ਹੈਗਾ। ਯਾਨੀ ਕਿ ਇਹ 7 ਏਕੜ ਜ਼ਮੀਨ ਹੈ ਤਿੰਨਾਂ ਭਾਈਆਂ ਦੀ, ਯਾਨੀ ਕਿ ਤਿੰਨਾਂ ਭਾਈਆਂ ਦੀ ਇਹ 7 ਏਕੜ ਜ਼ਮੀਨ ਹੈ, ਜਿਹਦੇ ਵਿੱਚ 2 ਭਾਈ 5 ਏਕੜ ਜ਼ਮੀਨ ਸੇਲ ਕਰਦੇ ਪਏ ਨੇ ਅਤੇ ਇੱਕ ਭਾਈ ਆਪਣੇ ਹਿੱਸੇ ਦੀ 2 ਏਕੜ ਜ਼ਮੀਨ ਸੇਲ ਨਹੀਂ ਕਰਦਾ ਪਿਆ। ਇਹ ਸਾਹਮਣੇ ਜਿਹੜਾ ਇਹ ਵਾਲਾ ਹੈ, ਇਹ ਬੈਠਕ ਅਤੇ ਨਾਲ ਪਰਾਂ ਆਤਾ, ਇਹ ਘਰ ਇਹ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ। ਆ ਵੇਖੋ ਇਹ ਬੈਠਕ ਹੈ ਸਾਹਮਣੇ। ਦੋਸਤੋ ਹੁਣ ਤਾਂ ਕਾਫੀ ਦੇਰ ਹੋ ਗਈ ਇੱਥੋਂ ਜਾ ਚੁੱਕੇ ਨੇ। ਇਹ ਵੇਖੋ ਇਹ ਮੇਨ ਦਰਵਾਜ਼ਾ ਅਤੇ ਬੈਠਕ ਦਾ ਦਰਵਾਜ਼ਾ ਇਹ ਮੇਰੇ ਦੋਸਤਾਂ ਦੇ ਸਾਹਮਣੇ ਹੈ। ਇਹ ਆਪਣੀ ਇਹ 5 ਏਕੜ ਜ਼ਮੀਨ ਦੇ ਅੰਦਰ ਮੌਜੂਦ ਹੈ। ਅੱਛੀ ਤਰ੍ਹਾਂ ਤੁਸੀਂ ਦੋਸਤ ਵੇਖ ਲਓ। ਇਹ ਮੇਨ ਗੇਟ
ਹਵੇਲੀ ਦਾ ਮੇਨ ਗੇਟ ਤੇ ਨਾਲ ਬੈਠਕ ਤੇ ਸਾਹਮਣੇ ਜਿਹੜਾ ਹੈ ਕਿ ਇਹ ਵਾਲਾ ਹਾਤਾ ਹੈਗਾ ਨਾ, ਇਹ ਜਿਹੜਾ ਭਾਈ ਜ਼ਮੀਨ ਸੇਲ ਨਹੀਂ ਕਰਦਾ, ਇਹ ਸਾਹਮਣੇ ਵਾਲੀ ਜਿਹੜੀ ਹਰਾ ਭਰਾ ਚਾਵਲ ਹੈਗਾ ਹੈ ਤੇ ਨਾਲ ਇਹ ਹਾਤਾ ਹੈਗਾ ਹੈ ਦੋਸਤੋ, ਇਹ ਭਾਈ ਜ਼ਮੀਨ ਸੇਲ ਨਹੀਂ ਕਰਦਾ ਹੈਗਾ ਜੀ। ਇਹ ਦੋਸਤਾਂ ਨੂੰ ਮੈਂ ਵੈਸੇ ਅੰਦਰ ਜਾ ਕੇ ਇਹ ਦਿਖਾ ਦੇਣਾ, ਲੇਕਿਨ ਫਿਲਹਾਲ ਇਹ ਭਾਈ ਜ਼ਮੀਨ ਸੇਲ ਨਹੀਂ ਕਰਦਾ। ਦੋ ਭਾਈ ਜ਼ਮੀਨ ਸੇਲ ਕਰਦੇ ਨੇ। ਜਿਹੜਾ ਦੋਸਤਾਂ ਨੂੰ ਮੈਂ ਮੇਨ ਗੇਟ ਤੇ ਬੈਠਕ ਦਿਖਾ ਚੁੱਕਿਆ, ਉਹ 5 ਏਕੜ ਜ਼ਮੀਨ ਦੇ ਅੰਦਰ ਹੈਗਾ ਤੇ ਉਹ 5 ਏਕੜ ਜ਼ਮੀਨ ਬਰਾਏ ਸੇਲ ਹੈਗੀ ਜੀ। ਇਹ ਸਾਹਮਣੇ ਆਪਣੀ ਦੀਵਾਰ ਹੈ ਤੇ ਦੋਸਤੋ ਇਹ 5 ਏਕੜ ਇਹ ਜ਼ਰਈ ਜ਼ਮੀਨ ਹੈ। ਤਹਿਸੀਲ ਆਰਿਫ ਵਾਲਾ, ਜ਼ਿਲ੍ਹਾ ਪਾਕਪਤਨ ਸ਼ਰੀਫ। ਆਰਿਫ ਵਾਲਾ ਤੇ ਪਾਕਪਤਨ ਦੇ ਤਕਰੀਬਨ ਦਰਮਿਆਨ ਦੇ ਵਿੱਚ ਇਹ ਜ਼ਮੀਨ ਹੈਗੀ ਜੇ। ਤੇ ਆਰਿਫ ਵਾਲਾ ਪਾਕਪਤਨ ਮੇਨ ਰੋਡ ਤੋਂ ਆਪਣੀ ਜ਼ਮੀਨ ਤੱਕ ਤਕਰੀਬਨ ਯਾਨੀ ਡਬਲ ਮੇਨ ਰੋਡ ਤੋਂ ਆਪਣੀ ਜ਼ਮੀਨ ਤੱਕ 2-3 ਕਿਲੋਮੀਟਰ ਦਾ ਫਾਸਲਾ ਹੈਗਾ ਜੀ। ਤਕਰੀਬਨ ਅੱਧਾ ਕਿਲੋਮੀਟਰ ਦੇ ਫਾਸਲੇ 'ਤੇ ਇੱਥੋਂ ਕਾਰਪੇਟ ਯਾਨੀ ਕਿ ਪੱਕਾ ਰਸਤਾ ਰਹਿ ਜਾਂਦਾ ਹੈ। ਲੇਕਿਨ ਇਹ ਜ਼ਮੀਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਜ਼ਮੀਨ ਆਪਣੇ ਆਰਿਫ ਵਾਲਾ ਪਾਕਪਤਨ ਦੀ ਹੈ, ਜਿਹੜੀ ਕਿ ਫੌਰੀ ਤੌਰ 'ਤੇ ਸੇਲ ਹੋ ਜਾਂਦੀ ਹੈ। ਇੱਥੇ ਜ਼ਮੀਨ ਨਹੀਂ ਮਿਲਦੀ ਹੈਗੀ, ਇਹ ਮੇਰੇ ਦੋਸਤਾਂ ਨੂੰ ਪਤਾ ਹੈ। ਅੱਜ ਤੋਂ 2-3 ਸਾਲ ਪਹਿਲੇ ਮੈਂ ਇੱਥੇ ਦੋਸਤਾਂ ਨੂੰ ਜ਼ਮੀਨ ਦੀਆਂ ਵੀਡੀਓ ਦਿਖਾਉਂਦਾ ਰਿਹਾ ਅਤੇ ਹੁਣ ਮੈਂ ਚੱਕਵਾਲ ਦੇ ਇਲਾਕੇ ਦੀ ਦਿਖਾਉਂਦਾ ਹੁੰਦਾ। ਸਿਰਫ ਇਹੀ ਵਜ੍ਹਾ ਹੈ ਕਿ ਇੱਥੇ ਕਦੇ ਜ਼ਮੀਨ ਮਿਲਦੀ ਹੈ। ਅਗਰ ਕਦੇ ਜ਼ਮੀਨ ਮਿਲ ਵੀ ਜਾਵੇ ਤਾਂ ਫੌਰੀ ਤੌਰ 'ਤੇ ਸੇਲ ਹੋ ਜਾਂਦੀ ਹੈ। ਇਹ ਮਕਈ ਦੀ ਫਸਲ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ। ਉਹ ਸਾਹਮਣੇ ਵੇਖੋ ਆਬਾਦੀ ਹੈਗੀ ਹੈ ਅਤੇ ਇਹ ਵੇਖੋ ਤਮਾਮ ਜਿਹੜਾ ਚਾਵਲ ਇਹ ਕੱਟਿਆ ਜਾ ਚੁੱਕਾ ਹੈ, ਇਹ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ। ਇਹ ਮੇਰੇ ਦੋਸਤਾਂ ਦੇ ਸਾਹਮਣੇ ਇਹ ਚਾਵਲ ਦੀ ਫਸਲ ਇੱਥੋਂ ਇਹ ਤਾਜ਼ਾ ਇੱਥੋਂ ਮਾਲਕ ਨੇ ਚੁੱਕ ਲਈ ਹੈ, ਜਿਹੜੀ ਕਿ ਆਪਣੀ ਜ਼ਮੀਨ ਦੇ ਅੰਦਰ ਹੈਗਾ ਹੈ। ਇਹ ਸਾਹਮਣੇ ਦੋਸਤਾਂ ਨੂੰ ਆਪਾਂ ਤਸੱਲੀ ਕਰਾਉਂਦੇ ਪਏ ਹਾਂ ਅੱਛੇ ਤਰੀਕੇ ਨਾਲ। ਇਹ ਮੇਰੇ ਭਰਾਵਾਂ ਦੇ ਸਾਹਮਣੇ ਇਹ ਨਹਿਰ ਅਤੇ ਆਪਣਾ ਜ਼ਾਤੀ ਰਸਤਾ ਨਹਿਰ ਤੋਂ ਆ ਰਿਹਾ ਹੈ। ਆਪਣੀ 2 ਏਕੜ ਜ਼ਮੀਨ ਦਾ ਫਰੰਟ ਹੈਗਾ ਸਾਹਮਣੇ ਰਜਵਾਏ 'ਤੇ ਯਾਨੀ ਰਸਤੇ ਸਰਕਾਰੀ 'ਤੇ। ਅਤੇ ਦੋਸਤੋ ਆਰਿਫ ਵਾਲਾ ਪਾਕਪਤਨ ਦੀ ਜ਼ਮੀਨ ਫੌਰੀ ਤੌਰ 'ਤੇ ਸੇਲ ਹੋ ਜਾਂਦੀ ਹੈ। ਜਿਵੇਂ ਕਿ ਮੇਰੇ ਦੋਸਤਾਂ ਨੂੰ ਪਤਾ ਹੈ, 1 ਮਹੀਨਾ ਪਹਿਲੇ ਮੈਂ 20 ਏਕੜ ਜ਼ਮੀਨ ਦਿਖਾਈ ਸੀ, ਜਿਹੜੀ ਕਿ ਸੇਲ ਹੋ ਗਈ ਹੈ। ਤਕਰੀਬਨ ਚੰਦ ਦਿਨ ਪਹਿਲੇ ਮੈਂ 7 ਏਕੜ ਜ਼ਮੀਨ ਦਿਖਾਈ ਸੀ, ਜਿਹੜੀ ਕਿ ਸੇਲ ਹੋ ਚੁੱਕੀ ਹੈ। ਯਾਨੀ ਕਿ ਫੌਰੀ ਤੌਰ 'ਤੇ ਜ਼ਮੀਨ ਇੱਥੇ ਸੇਲ ਹੁੰਦੀ ਹੈ। ਇਹ ਵਾਲਾ ਡੇਰਾ ਆਪਣੀ ਜ਼ਮੀਨ ਦੇ ਅੰਦਰ ਨਹੀਂ ਹੈਗਾ, ਇਹ ਦੀਵਾਰ ਤੱਕਰ ਇਹ ਜਿਹੜਾ ਭਾਈ ਸੇਲ ਨਹੀਂ ਕਰਦਾ ਉਹਦੀ ਹੈਗੀ। ਲੇਕਿਨ ਜਿਹੜਾ ਇਹ ਬੈਠਕ ਹੈਗੀ, ਇਹ ਮੇਨ ਗੇਟ ਇਹ ਆਪਣੀ ਜ਼ਮੀਨ ਦੇ ਅੰਦਰ ਹੈਗਾ ਜੀ। ਇਹ 5 ਏਕੜ ਜ਼ਮੀਨ ਬਰਾਏ ਸੇਲ ਹੈ। ਯਾਨੀ ਕਿ 2 ਭਾਈ ਤਾਂ ਆਪਣੀ ਇਹ ਵਾਲੀ ਜ਼ਮੀਨ ਜਿਹੜੀ ਹੈਗੀ ਨਾ ਸੇਲ ਕਰਦੇ ਪਏ ਨੇ, ਲੇਕਿਨ ਇੱਕ ਭਾਈ ਜਿਹਦਾ ਇਹ ਵਾਲਾ ਹਾਤਾ ਹੈਗਾ ਨਾ, ਇਹ 2 ਏਕੜ ਜ਼ਮੀਨ ਦੇ ਅੰਦਰ ਇਹ ਫਿਲਹਾਲ ਸੇਲ ਨਹੀਂ ਕਰਦਾ ਪਿਆ ਜੀ। ਲੇਕਿਨ ਇਹ ਸਾਹਮਣੇ ਦੋਸਤਾਂ ਨੂੰ ਮੈਂ ਪਹਿਲੇ ਵੀ ਦਿਖਾ ਚੁੱਕਿਆ, ਇਹ ਬੈਠਕ ਯਾਨੀ ਕਿ ਹੁਜਰਾ, ਕਿਉਂਕਿ ਮੇਰੇ ਪਖਤੂਨ ਭਾਈ ਬੈਠਕ ਨੂੰ ਹੁਜਰਾ ਕਹਿੰਦੇ ਨੇ। ਇਹ ਆਪਣੀ 5 ਏਕੜ ਜ਼ਮੀਨ ਦੇ ਅੰਦਰ ਹੈ, ਲੇਕਿਨ ਮਲਬੇ ਦੇ ਪੈਸੇ ਅਲੱਗ ਹੋਣਗੇ। ਮਲਬਾ ਯਾਨੀ ਈਂਟ ਦੇ ਪੈਸੇ ਅਲੱਗ ਹੋਣਗੇ। ਇਹ ਮੇਰੇ ਦੋਸਤਾਂ ਦੇ ਸਾਹਮਣੇ ਤਮਾਮ ਨਿਜ਼ਾਮ। ਅਤੇ ਦੋਸਤੋ ਨਹਿਰ ਦਾ ਫਰੰਟ ਮੋਗਾ ਇੰਤਹਾਈ ਕਰੀਬ 2 ਏਕੜ ਦੇ ਫਾਸਲੇ ਤੋਂ ਇੱਥੋਂ ਬਿਜਲੀ ਹੈਗੀ ਅਤੇ ਆਬਾਦੀ ਹੈਗੀ ਹੈ। ਇਹ ਸਾਹਮਣੇ ਆਪਣੇ ਡੇਰੇ ਦੇ ਨਾਲ ਨਾ ਪਹਿਲੀ ਸਾਈਡ 'ਤੇ ਦੋਸਤਾਂ ਨੂੰ ਪਹਿਲੇ ਮੈਂ ਦਿਖਾਇਆ ਸੀ ਨਾ ਕਿ ਨਾਲ ਹੀ ਇੱਥੇ ਇਹ ਵੇਖੋ ਇਹ ਆਪਣਾ ਘਰ, ਇਹ ਆਪਣਾ ਜਿਹੜਾ ਕਿ ਡੇਰਾ ਹੈਗਾ ਅਤੇ ਨਾਲ ਉਹ ਸਾਹਮਣੇ ਆਬਾਦੀ ਹੈਗੀ ਜੋ ਵੇਖੋ, ਯਾਨੀ ਸਫੈਦ ਰੰਗ ਵਿੱਚ ਦੋਸਤਾਂ ਨੂੰ ਮਸਜਿਦ ਨਜ਼ਰ ਆ ਰਹੀ ਹੈ। ਅਤੇ ਆ ਬਿਲਕੁਲ ਸਾਹਮਣੇ ਡੇਰਾ ਹੈਗਾ ਜੀ ਅਤੇ ਇੱਥੇ ਨਾਲ ਹੀ ਸਾਹਮਣੇ ਅਗਲੀ ਸਾਈਡ 'ਤੇ ਇਹ ਗਾਉਂ ਹੈਗਾ ਜੀ। ਅਤੇ ਇਹ ਵੇਖੋ ਇਹ ਪੁਲ ਹੈਗਾ ਜੀ ਮੇਰੇ ਦੋਸਤਾਂ ਦੇ ਸਾਹਮਣੇ। ਅਤੇ ਦੋਸਤੋ 5 ਏਕੜ ਜ਼ਰਈ ਜ਼ਮੀਨ ਬਰਾਏ ਸੇਲ ਤਹਿਸੀਲ ਆਰਿਫ ਵਾਲਾ, ਜ਼ਿਲ੍ਹਾ ਪਾਕਪਤਨ ਸ਼ਰੀਫ। ਆਰਿਫ ਵਾਲਾ ਅਤੇ ਪਾਕਪਤਨ ਦੋਨਾਂ ਸ਼ਹਿਰਾਂ ਦੇ ਤਕਰੀਬਨ ਦਰਮਿਆਨ ਦੇ ਵਿੱਚ ਆਪਣੀ ਇਹ ਜ਼ਮੀਨ ਹੈ। ਮੇਨ ਰੋਡ ਤੋਂ ਯਾਨੀ ਕਿ ਮੇਨ ਆਰਿਫ ਵਾਲਾ ਰੋਡ, ਜਿਹਨੂੰ ਆਪਾਂ ਮਲਤਾਨ ਰੋਡ ਵੀ ਕਹਿੰਦੇ ਹਾਂ। ਅਤੇ ਦੋਸਤਾਂ ਨੂੰ ਮੈਂ ਕਈਆਂ ਵੀਡੀਓ ਦੇ ਅੰਦਰ ਇਹ ਜ਼ਿਕਰ ਕਰਦਾ ਹੁੰਦਾ ਕਿ ਦਿੱਲੀ ਮੇਨ ਰੋਡ, ਜਿਹੜਾ ਰੋਡ ਕਿਸੇ ਦੌਰ 'ਚ ਮਲਤਾਨ ਤੋਂ ਲੈ ਕੇ ਅਤੇ ਦਿੱਲੀ ਤੱਕ ਜਾ ਰਿਹਾ ਸੀ,
ਇਹ ਉਹ ਮੇਨ ਰੋਡ ਹੈ ਜਿਹੜਾ ਆਪਣੀ ਜ਼ਮੀਨ ਤੋਂ 2-3 ਕਿਲੋਮੀਟਰ ਦੇ ਫਾਸਲੇ 'ਤੇ ਮੌਜੂਦ ਹੈ। ਯਾਨੀ ਕਿ ਪਾਕਿਸਤਾਨ ਦਾ ਸਭ ਤੋਂ ਲੰਮਾ ਅਤੇ ਸਭ ਤੋਂ ਪੁਰਾਣਾ ਮੇਨ ਰੋਡ ਆਪਣੀ ਇਹ ਜ਼ਮੀਨ ਤੋਂ 2-3 ਕਿਲੋਮੀਟਰ ਦੇ ਫਾਸਲੇ 'ਤੇ ਮੌਜੂਦ ਹੈ। ਇਹ ਕਿ ਵੈਸੇ ਗੱਲਾਂ ਨਹੀਂ ਹੈਗੀਆਂ, ਤੁਸੀਂ ਇੰਟਰਨੈਟ 'ਤੇ ਚੈੱਕ ਕਰੋਗੇ, ਨਾ, ਮੈਂ ਅਕਸਰ ਇਹ ਗੱਲ ਕਰਦਾ ਹੁੰਦਾ, ਤੁਹਾਨੂੰ ਉੱਥੇ ਲਿਖਿਆ ਮਿਲੇਗਾ ਦਿੱਲੀ ਮੇਨ ਰੋਡ। ਆਪਾਂ ਇਹਨੂੰ ਆਰਿਫ ਵਾਲਾ ਪਾਕਪਤਨ ਮੇਨ ਰੋਡ ਕਹਿੰਦੇ ਪਏ ਹਾਂ। ਇਸ ਤੋਂ ਇਲਾਵਾ ਦੋਸਤੋ, ਤੁਸੀਂ ਆਪਣੀ ਗੱਲ ਅੱਛੀ ਤਰ੍ਹਾਂ ਆਪਣੇ ਕੋਲ ਨੋਟ ਰੱਖਣੀ ਹੈ। ਤੁਸੀਂ ਕਿਸੇ ਦੇ ਫੇਕ ਕਮੈਂਟ 'ਤੇ ਇਤਬਾਰ ਨਹੀਂ ਕਰਨਾ ਹੈਗਾ। ਇੱਥੇ ਠੇਕਾ ਚੱਲਦਾ ਪਿਆ ਫੀ ਏਕੜ ਦੇ ਹਿਸਾਬ ਨਾਲ 2,50,000 ਰੁਪਇਆ। ਦੋਸਤੋ, ਆਪਣੇ ਇੱਥੇ ਠੇਕਾ ਆਰਿਫ ਵਾਲਾ ਸ਼ਹਿਰ ਦੇ ਆਸ-ਪਾਸ 2 ਲੱਖ ਤੋਂ ਸ਼ੁਰੂ ਹੁੰਦਾ ਪਿਆ ਜੇ, ਅਤੇ 3.25 ਲੱਖ ਤੱਕ ਇੱਥੇ ਠੇਕੇ ਚੱਲਦੇ ਪਏ ਨੇ। ਲਿਹਾਜ਼ਾ ਠੇਕੇ ਦੇ ਵਿੱਚ ਆਪਣੀ ਗਰੰਟੀ ਹੁੰਦੀ ਹੈ, ਅਤੇ ਇਸ ਜ਼ਮੀਨ ਦਾ ਠੇਕਾ ਚੱਲਦਾ ਪਿਆ 2,50,000 ਰੁਪਇਆ। ਦੋਸਤੋ, ਕਿਉਂਕਿ ਇਹ ਜ਼ਮੀਨ ਮਾਲਕਾਨ ਹਜ਼ਰਾਤ 2,50,000 ਦੇ ਵਿੱਚ ਠੇਕੇ 'ਤੇ ਦੇ ਕੇ ਇੱਥੋਂ ਜਾ ਚੁੱਕੇ ਨੇ, ਅਤੇ ਇਸ ਲਈ ਉਹ ਜ਼ਮੀਨ ਸੇਲ ਕਰਦੇ ਪਏ ਨੇ। ਯਾਨੀ ਕਿ ਬਹਾਵਲ ਨਗਰ ਉਹ ਸ਼ਿਫਟ ਹੋ ਗਏ ਨੇ, ਅਤੇ ਦੋਸਤਾਂ ਨੂੰ ਪਤਾ ਹੈ ਉੱਥੇ ਜ਼ਮੀਨਾਂ ਸਸਤੀਆਂ ਮਿਲ ਜਾਂਦੀਆਂ ਨੇ। ਲਿਹਾਜ਼ਾ ਬਹਾਵਲ ਨਗਰ ਇੱਥੋਂ ਸ਼ਿਫਟ ਹੋ ਗਏ ਨੇ। ਲਿਹਾਜ਼ਾ ਇਸ ਡੇਰੇ 'ਤੇ ਫਿਲਹਾਲ ਕੋਈ ਨਹੀਂ ਹੈਗਾ ਜੀ। ਯਾਨੀ ਕਿ ਠੇਕੇਦਾਰਾਂ ਕੋਲ ਇਹ ਜ਼ਮੀਨ ਹੈਗੀ ਹੈ, ਲੇਕਿਨ ਠੇਕੇਦਾਰ ਇਹ ਡੇਰਾ, ਇਹ ਘਰ ਇਸਤੇਮਾਲ ਨਹੀਂ ਕਰਦੇ ਪਏ। ਲੇਕਿਨ 2,50,000 ਦੇ ਹਿਸਾਬ ਨਾਲ ਇਹ ਜ਼ਮੀਨ ਠੇਕੇ 'ਤੇ ਚੜ੍ਹ ਚੁੱਕੀ ਹੈ। ਯਾਨੀ ਕਿ ਜ਼ਮੀਨ ਹੈਗੀ ਠੇਕੇਦਾਰਾਂ ਕੋਲ। ਲਿਹਾਜ਼ਾ ਇਹ ਜ਼ਮੀਨ ਦਾ ਠੇਕਾ ਹੈਗਾ ਸਾਲ ਦਾ ਫੀ ਏਕੜ ਦੇ ਹਿਸਾਬ ਨਾਲ 2.5 ਲੱਖ ਰੁਪਇਆ, ਯਾਨੀ ਕਿ 2,50,000 ਰੁਪਇਆ। 5 ਏਕੜ ਜ਼ਮੀਨ ਫਾਰ ਸੇਲ ਹੈ। ਇਹ ਸਾਹਮਣੇ ਜਿਹੜਾ ਕਿ ਇਹ ਆਤਾ ਹੈਗਾ ਜੇ, ਇਹ 2 ਏਕੜ ਜ਼ਮੀਨ ਦੇ ਅੰਦਰ ਹੈਗਾ ਹੈ। ਇਹ ਹਰਾ ਭਰਾ ਚਾਵਲ ਵੀ 2 ਏਕੜ ਜ਼ਮੀਨ ਦੇ ਅੰਦਰ ਹੈਗਾ ਹੈ, ਲੇਕਿਨ ਇਹ 2 ਏਕੜ ਜ਼ਮੀਨ ਫਿਲਹਾਲ ਬਰਾਏ ਸੇਲ ਨਹੀਂ ਹੈਗੀ। ਇਹਦੇ ਵਿੱਚੋਂ 5 ਏਕੜ ਇਹ ਜ਼ਮੀਨ ਫਾਰ ਸੇਲ ਹੈ। ਅਤੇ ਦੋਸਤੋ, ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 55 ਲੱਖ ਰੁਪਇਆ, ਯਾਨੀ ਕਿ 55 ਲੱਖ ਰੁਪਇਆ ਫੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਦੀ ਤਕਰੀਬਨ ਫਾਈਨਲ ਡਿਮਾਂਡ ਹੈ। ਕਿਉਂਕਿ ਇਹਦੇ ਵਿੱਚੋਂ ਹਲਕੀ ਫੁਲਕੀ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ, ਕਿਉਂਕਿ ਆਪਣੇ ਇਲਾਕੇ ਦੇ ਵਿੱਚ ਜ਼ਮੀਨ ਦੀ ਕੀਮਤ 60 ਲੱਖ ਰੁਪਇਆ ਫੀ ਏਕੜ ਚੱਲਦੀ ਪਈ ਹੈ। ਇਸ ਗੱਲ ਦਾ ਸਬੂਤ ਇਹ कि दोस्तों पहले मैं 2 ज़मीनें दिखा चुके हैं। लिहाजा मैं अपने पख्तून यानी पठान भाइयों के लिए उर्दू में बात कर रहा हूँ साथ साथ कि 55 लाख रुपया, 50 के ऊपर 5, 55 लाख रुपया फ़ी एकड़ इस ज़मीन की डिमांड है। हल्की फुल्की कमी पेशी इंशाल्लाह इसमें से हम करवा लेंगे। तो दोस्तों राबता तुसी मेरे नाल करना जे डायरेक्ट सामने स्क्रीन ते दोस्तों मेरा ज़ाती व्हाट्सअप नंबर नज़र आ गया होना है, लेकिन इस नंबर ते कॉल नहीं हैगी। सिर्फ दोस्तों ने व्हाट्सअप ते वॉइस मैसेज करना या चैट करनी तो फौरन ओदी रिप्लाई मिलेगी। ये नहीं कि तुसी हुण बार बार कॉलां करदे पईए ते फिर कहंदे जी अफजल वाहद कॉल अटेंड नहीं करता पिया। तुसी इस नंबर ते व्हाट्सअप बनाओ ते मैनू वॉइस मैसेज करो, तुहानू फौरन रिप्लाई मिलेगी। तुसीं मौके ते आना है तो असी तुहानू ये वाली ज़मीन दिखानी जिंदे अंदर ये मकई की फसल ते चावल की फसल मौजूद हैगी जे मेरे दोस्तों के सामने। तुहाडी मुलाकात करानी डायरेक्ट मालक नाल। ज़मीन का सौदा हुंदा मालक दे नाल आमने सामने बह के, लेकिन मालकान हज़रात उदों आउणगे जदों तुहाडे ये ज़मीन पसंद आवेगी, जदों तुसीं इस ज़मीन का बयाना कराना है। लिहाजा सामने स्क्रीन ते मेरा ज़ाती व्हाट्सअप नंबर मौजूद हैगा, तुसी वॉइस मैसेज करो। इस नंबर ते व्हाट्सअप बनाओ, वॉइस मैसेज करो, चैट करो, तुहानू फौरन ओदी रिप्लाई मिलेगी। तो दोस्तों इंशाअल्लाह ताला बशर्ते ज़िंदगी बाफजले खुदा मिलांगे अगली वीडियो ते। अल्लाह हाफिज़।